ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ, ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ, ਜਿੱਥੇ ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਚਰਚਾ। ਸਭ ਤੋਂ ਪਹਿਲਾਂ ਤਾਂ ਹਾਲ ਚਾਲ ਪੁੱਛਦੇ ਹਾਂ। ਖੈਰ ਸਾਹਿਬ, ਠੰਡ ਹੋ ਚੁੱਕੀ ਹੈ ਤੇ ਤੁਹਾਡਾ ਕੀ ਹਾਲ ਚਾਲ ਹੈ? ਫਿਰ ਮੈਨੂੰ ਠੰਡ ਥੋੜੀ ਜ਼ਿਆਦਾ ਲੱਗਦੀ ਹੈ ਤੇ ਵੈਸੇ ਹਾਲ ਚਾਲ ਠੀਕ ਹੈ, ਹਾਲੇ ਤੱਕ ਤਾਂ ਠੀਕ ਹੈ। ਅੱਛਾ, ਠੰਡ ਤੁਹਾਨੂੰ ਜ਼ਿਆਦਾ ਲੱਗਦੀ ਹੈ। ਓਕੇ, ਸੋ ਗੱਲ ਕਰੀਏ ਠੰਡ ਦੀ, ਤਾਂ ਅਸੀਂ ਤਾਂ ਗੱਲ ਕਰ ਰਹੇ ਹਾਂ ਕਿਉਂਕਿ ਬਾਰਿਸ਼ ਨੇ ਜਿਹੜੀ ਅਚਾਨਕ ਇਹ ਥੋੜੀ ਜਿਹੜੀ ਠੰਡ ਹੈ ਉਹ ਥੋੜੀ ਜ਼ਿਆਦਾ ਲਿਆ ਦਿੱਤੀ ਹੈ। ਪਰ ਜਿਹੜੀ ਬਾਰਿਸ਼ ਹੈ ਉਹ ਚਾਹੀਦੀ ਵੀ ਬਹੁਤ ਜ਼ਿਆਦਾ ਸੀ, ਕਿਉਂਕਿ ਪਟਾਕਿਆਂ ਤੋਂ ਬਾਅਦ ਜਿਹੜਾ এনवायरमेंट ਹੈ, ਜਿਹੜਾ ਸਾਡਾ ਵਾਤਾਵਰਣ ਹੈ, ਇੰਨਾ ਜ਼ਿਆਦਾ ਖਰਾਬ ਹੋ ਗਿਆ ਸੀਗਾ। ਜਿਹੜਾ AQI, ਜਿਵੇਂ ਕਿ ਅਸੀਂ ਕੱਲ ਡਿਸਕਸ ਕੀਤਾ, ਕਿ ਯਾਨੀ ਕਿ 에ਅਰ ਕੁਆਲਿਟੀ ਇੰਡੈਕਸ ਸੀਗਾ ਜੋ ਪੰਜਾਬ ਦਾ, ਉਹ ਬਹੁਤ ਖਰਾਬ ਹੋ ਚੁੱਕਾ ਸੀਗਾ। 400 ਦੇ ਤਕਰੀਬਨ ਜਿਹੜੀ ਐਵਰੇਜ ਹੈ ਉਹਨਾਂ ਚੱਲ ਰਿਹਾ ਸੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦਾ AQI। ਐਂਡ ਬਾਰਿਸ਼ ਤੋਂ ਬਾਅਦ ਜਿਹੜਾ ਮੌਸਮ ਹੈ ਉਹ ਕਾਫੀ ਸਾਫ਼ ਹੋ ਗਿਆ। ਬਿਲਕੁਲ ਮੋਹਿਤ ਜੀ, ਗੱਲ ਤੁਹਾਡੀ ਸਹੀ ਹੈ ਕਿ ਜਿਹੜਾ ਇਹ ਬਾਰਿਸ਼ ਜਿਹੜੀ ਹੈ, ਇਹ ਦੀਵਾਲੀ ਤੋਂ ਬਾਅਦ ਬਾਰਿਸ਼ ਪੈਣੀ ਇੱਕ ਤਰੀਕੇ ਦੇ ਨਾਲ ਚੰਗਾ ਹੈ, ਮੌਸਮ ਦੇ ਲਈ ਬਹੁਤ ਚੰਗਾ ਹੈ। ਔਰ ਜਿਹੜੀ 에ਅਰ ਕੁਆਲਿਟੀ ਇੰਡੈਕਸ ਦੀ ਤੁਸੀਂ ਗੱਲ ਕਰ ਰਹੇ ਹੋ, ਉਹ 174 ਕਿਤੇ ਨਾ ਕਿਤੇ ਹਿੱਟ ਕਰ ਗਿਆ ਸੀ ਜਲੰਧਰ ਦਾ ਵੀ, ਉਹ ਠੀਕ ਹੈ ਕਿਤੇ ਨਾ ਕਿਤੇ, ਇਹ ਉਸ ਦੇ ਲਈ ਬਿਲਕੁਲ ਠੀਕ ਹੈ, ਕਿਉਂਕਿ ਧੂਆਂ ਜਿਹੜਾ ਹੈ ਉਹ ਨੰਮਿਆ ਗਿਆ, ਘੱਟਾ ਮਿੱਟੀ ਨੰਮੀ ਗਈ। ਪਰ ਕਿਤੇ ਨਾ ਕਿਤੇ ਜਿਹੜੇ ਇਸ ਮਾਹਿਰ ਨੇ ਉਹ ਕਹਿ ਰਹੇ ਨੇ ਕਿ ਹੁਣ ਜਿਹੜੀ ਹੈ ਬਿਜਾਈ ਦੀ, ਕਣਕ ਦੀ ਬਿਜਾਈ ਦਾ ਸਮਾਂ ਆ, ਤੇ ਜਿਹੜੇ ਕਿਤੇ ਥਾਂ ਹੁਣ ਪੰਜਾਬ ਦੇ ਹਰਿਆਣਾ ਦੇ ਵਿੱਚ ਨਾ ਗੜੇਮਾਰੀ ਹੋਈ ਆ। ਸੋ ਕਿਤੇ ਨਾ ਕਿਤੇ ਇਹ ਗੜੇਮਾਰੀ ਜਿਹੜੀ ਆ ਨੁਕਸਾਨ ਕਰੇਗੀ। ਵੈਸੇ ਹੁਣ ਤਾਂ ਚਲੋ ਅੱਜ ਮੌਸਮ ਸੁਖਨਾ ਸਾਫ਼ ਹੈ, ਪਰ ਠੰਡ ਜਿਹੜੀ ਹੈ ਉਹ ਵੱਧ ਗਈ ਹੈ, ਤੇ ਸਵਾਗਤ ਹੈ ਠੰਡ ਦਾ। ਬਿਲਕੁਲ ਜੀ, ਸਵਾਗਤ ਹੈ ਠੰਡ ਦਾ। ਤੇ ਲੋਕੀ ਹੁਣ ਸ਼ਾਇਦ ਜਿਹੜੀ ਪਿੰਨੀਆਂ ਨੇ, ਕੋਈ ਉਹ ਬਣਾਏਗਾ, ਕੋਈ ਪੰਜੀਰੀ ਬਣਾਏਗਾ। ਸੋ ਅਲੱਗ-ਅਲੱਗ ਘਰਾਂ ਦੇ ਵਿੱਚ ਅਲੱਗ-ਅਲੱਗ ਕਲਚਰ ਦੇ ਅਕੋਰਡਿੰਗ ਜਿਹੜੀ ਚੀਜ਼ਾਂ ਨੇ ਬਣਾਈ ਜਾਣਗੀਆਂ। ਸੋ ਜ਼ਰੂਰ ਤੁਸੀਂ ਬਣਾਇਓ, ਤੇ ਪਰ ਫਿਰ ਵੀ ਜਿਹੜਾ ਕਰੋਨਾ ਵਾਇਰਸ ਦਾ, ਉਸ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੈ। ਸੋਸ਼ਲ ਡਿਸਟੈਂਸਿੰਗ ਦੀ ਜ਼ਰੂਰ ਫੋਲੋ ਕਰੋ, ਕਿਉਂਕਿ ਠੰਡ ਵੱਧ ਗਈ ਹੈ ਤੇ ਠੰਡ ਦੇ ਵਿੱਚ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੇ ਕਰੋਨਾ ਵਾਇਰਸ ਦੇ ਕੇਸ ਨੇ ਉਹ ਸ਼ਾਇਦ ਵੱਧ ਸਕਦੇ ਨੇ। ਸੋ ਉਹਦੇ ਵਿੱਚ ਵੀ ਆਪਣਾ ਖਾਸ ਧਿਆਨ ਰੱਖੋ। ਸੋ ਇੱਕ ਹੋਰ ਗੱਲ ਕਰਦੇ ਹਾਂ ਜੋ ਕਿ ਪੰਜਾਬ ਦੇ ਨਾਲ ਹੀ ਰਿਲੇਟਡ ਹੈ। ਗੱਲ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਜਿਹੜੇ ਨੇ ਮਨਜੀਤ ਸਿੰਘ ਜੀਕੇ, ਉਹਨਾਂ ਦੇ ਖਿਲਾਫ ਜਿਹੜੀ FIR ਹੈ ਉਹ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਗੱਲ ਕਰੀਏ, ਅਸੀਂ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਡਿਸਕਸ ਕੀਤਾ ਸੀਗਾ ਕਿ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ, ਜੋ ਕਿ ਮੌਜੂਦਾ ਪ੍ਰਧਾਨ ਨੇ, ਉਹਨਾਂ ਦੇ ਖਿਲਾਫ ਵੀ ਇੱਕ ਕੋਈ ਕੰਪਲੇਂਟ ਕੋਈ ਹੋਈ ਸੀਗੀ, ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀਗਾ ਕਿ ਹਾਂ ਵੀ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ। ਜਿਹੜੇ ਪਹਿਲਾਂ ਪ੍ਰਧਾਨ ਸੀਗੇ ਉਹਨਾਂ ਨੇ ਜਿਹੜੀ ਹੇਰਫੇਰ ਕੀਤੀ ਹੈ, 30 ਤੋਂ 50 ਲੱਖ ਦੀ ਰਕਮ ਜਿਹੜੀ ਦੱਸੀ ਜਾ ਰਹੀ ਹੈ ਕਿ ਹਾਂ ਵੀ ਉਹਨੂੰ ਸਹੀ ਤਰੀਕੇ ਨਾਲ ਉਹਦੇ ਬਿੱਲ ਨਹੀਂ ਬਣਾਏ ਗਏ ਜਾਂ ਹੋਰ ਵੀ ਹੇਰ-ਫੇਰ। ਅੱਛਾ, ਗੱਲ ਇੱਦਾਂ ਮੋਹਿਤ ਜੀ, ਪਹਿਲੀ ਗੱਲ ਤੇ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਸਿੱਧੇ ਸਾਬਕਾ ਪ੍ਰਧਾਨ ਦੇ ਉੱਤੇ ਕੋਈ ਗੱਲ ਨਹੀਂ ਚੱਕੀ ਸੀ। ਉਹਨਾਂ ਨੇ ਕਿਹਾ ਸੀਗਾ ਕਿ ਹਾਂ ਜੇ ਹੋਈ ਹੈ ਠੱਗੀ ਤਾਂ ਤੁਸੀਂ ਇਹਦੀ ਜਿਹੜੀ ਹੈ ਵਿਜੀਲੈਂਸ ਵਿਭਾਗ ਤੋਂ ਕਰਾ ਲਓ, ਜਾਂ ਫਿਰ ਹੁਣ ਜਿਵੇਂ ਆਪਾਂ ਕਿਹਾ ਕਿ ਦਿੱਲੀ ਦੀ ਜਿਹੜੀ ਆਰਥਿਕ ਬ੍ਰਾਂਚ ਹੈ, ਆਰਥਿਕ ਮਾਮਲਿਆਂ ਜਾਂ ਇਕਨੋਮੀ ਮਾਮਲਿਆਂ ਦੇ ਨਾਲ ਜਿਹੜੀ ਸੰਬੰਧਿਤ ਬ੍ਰਾਂਚ ਹੈ, ਉਹਨੇ FIR ਕੀਤੀ ਹੈ। ਸੋ ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਜਿਹੜਾ ਸੰਪਰਕ ਹੈ ਉਹ ਤਾਂ ਪਹਿਲਾਂ ਤੋਂ ਹੀ ਸੀਗਾ, ਕਿ ਲੱਗਦਾ ਸੀਗਾ ਕਿ ਉਹ ਉਹਦੇ ਤੇ ਗੱਲ ਕਰ ਰਿਹਾ, ਉਹਦੇ ਤੇ ਗੱਲ ਕਰ ਰਿਹਾ। ਸਭ ਨੂੰ ਜਿਹੜਾ ਸੀਗੀ ਗੱਲ ਇਹ ਪਤਾ ਸੀ ਕਿ ਮਨਜੀਤ ਸਿੰਘ ਜੀਕੇ ਹੁਣੀ ਜਿਹੜੇ ਨੇ ਉਹ ਲੰਮਾ ਸਮਾਂ ਜਿਹੜਾ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਤੇ ਉਹਨਾਂ ਦੇ ਮਾਮਲੇ, ਉਹਨਾਂ ਦੇ ਟਾਈਮ ਜਿਹੜਾ ਹੈ ਇਹ ਸਭ ਕੁਝ ਹੋਣਾ ਇੱਕ ਤਰੀਕੇ ਨਾਲ ਆਪਾਂ ਕਹਿ ਲਓ ਕਿ ਲਾਜ਼ਮੀ ਹੈ ਕਿ ਇੰਨੇ, ਕਿਉਂਕਿ ਹੁਣ ਮਨਜਿੰਦਰ ਜੀ ਹੁਣਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਹ ਚਾਰਜ ਜਿਹੜਾ ਹੈ ਇੰਨੇ ਸਮੇਂ ਤੋਂ ਨਹੀਂ ਹੋਲਡ ਕੀਤਾ ਹੋਇਆ ਜਿੰਨਾ ਮਨਜੀਤ ਸਿੰਘ ਜੀਕੇ ਹੁਣਾਂ ਨੇ ਕੀਤਾ। ਬਾਕੀ ਗੱਲ ਆਪਾਂ ਉਸ ਦਿਨ ਵੀ ਕੀਤੀ ਸੀ ਕਿ ਇਹ ਲੋਕ ਜਿਹੜੇ ਨੇ ਇਹ ਧਰਮ ਤੋਂ ਵੀ ਨਹੀਂ ਡਰਦੇ। ਆਮ ਇਨਸਾਨ ਨੇ ਸਾਡੇ ਵਰਗੇ, ਉਹਨਾਂ ਨੂੰ ਹੁੰਦਾ ਕਿ ਧਰਮ ਦਾ 1 ਰੁਪਈਆ ਵੀ ਖਾਦਾ ਕਿਤੇ ਹੋਰ ਨਿਕਲੂਗਾ। ਸ਼ਾਇਦ ਇਹਨਾਂ ਨੂੰ ਇਹ ਧਰਮ ਦੇ ਬਹੁਤ ਕਰੀਬੀ ਹੁੰਦੇ ਨੇ, ਇਸ ਕਰਕੇ ਸ਼ਾਇਦ ਇਹਨਾਂ ਦਾ ਉਹ ਡਰ ਨਿਕਲ ਜਾਂਦਾ ਆ। ਦੂਸਰੀ ਗੱਲ, ਹੁਣ ਇਹਨਾਂ ਨੇ ਆਪਣੀ ਜਿਹੜੀ ਪਾਰਟੀ ਵੀ ਇੱਕ ਬਣਾਈ ਹੋਈ ਆ ਮਨਜੀਤ ਸਿੰਘ ਜੀਕੇ ਹੁਣਾਂ ਨੇ, ਰਾਜਨੀਤੀ ਪਾਰਟੀ। ਤੇ ਜਦੋਂ ਇਨਸਾਨ ਰਾਜਨੀਤੀ ਦੇ ਵਿੱਚ ਹੋਵੇ ਤਾਂ ਫਿਰ ਉਹਨੂੰ ਇਦਾਂ ਦੇ ਪੈਤੜੇ ਜਿਹੜੇ ਨੇ ਉਹ ਬਥੇਰੇ ਕਰਨੇ ਆਉਂਦੇ ਨੇ, ਕਿਉਂਕਿ ਗੱਲ ਇਹ ਕੀਤੀ ਜਾਂਦੀ ਹੈ ਕਿ ਕਿਤੇ ਨਾ ਕਿਤੇ 30 ਤੋਂ 50 ਲੱਖ ਰੁਪਈਆ ਜਿਹੜਾ ਹੈ ਉਹਦਾ ਗਬਨ ਹੋਇਆ ਹੈ। ਇਹ 30 ਤੋਂ 50 ਲੱਖ ਤੱਕ ਇਕੱਲਾ ਗਬਨ ਹੋਇਆ ਹੈ। ਇਸ ਤੋਂ ਇਲਾਵਾ ਜਿਹੜੇ ਸਿੱਖ ਸੰਗਤਾਂ ਜਿਹੜੀਆਂ ਦਿੱਲੀ ਦੁਆਬੇ ਜਾਂ ਕਹਿ ਲਓ ਕਿ ਆਪਣੇ ਮੁਲਕ ਤੋਂ ਬਾਹਰ ਰਹਿੰਦੀਆਂ ਨੇ, ਉਹਨਾਂ ਨੇ ਡਾਲਰ ਵੀ ਪਾਏ ਹੋਏ ਨੇ, ਤੇ ਉਹਨਾਂ ਡਾਲਰਾਂ ਦਾ ਵੀ ਹੱਲੇ ਕਿਸੇ ਤਰੀਕੇ ਦਾ ਕੋਈ ਰਿਕਾਰਡ ਨਹੀਂ ਹੈ। ਔਰ ਇਹ ਕਿਹਾ ਕਿ ਗੁਰੂ ਕੀ ਗੋਲਕ ਨੂੰ ਜਿਹੜਾ ਹੈ ਇਹਨਾਂ ਨੇ ਮੂੰਹ ਲਾਇਆ ਹੋਇਆ ਹੈ। ਇਸ ਮੂੰਹ ਨੂੰ ਜਿਹੜਾ ਹੈ ਇੱਕ ਤਰੀਕੇ ਨਾਲ ਉਦਾਹਰਨ ਵਜੋਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਕੋਈ ਇਹਦਾ ਹੱਲ ਲੱਭਣਾ ਚਾਹੀਦਾ, ਤਾਂ ਜੋ ਹੁਣ ਜੇ ਆਪਾਂ SGPC ਦੀ ਗੱਲ ਕਰ ਲਈਏ, ਸਾਡੇ ਇੱਥੇ ਵੀ ਆਪਾਂ ਨੂੰ ਕੁਝ ਨਾ ਕੁਝ ਇੱਦਾਂ ਲੱਗਦਾ ਰਹਿੰਦਾ ਕਿ ਇਹਦੇ ਵਿੱਚ ਹੇਰ ਫੇਰ ਹੋ ਰਿਹਾ। ਜੀ,
ਸੋ ਖਹਿਰਾ ਸਾਹਿਬ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਕਿਹਾ ਜਾ ਰਿਹਾ ਹੈ ਪੁਲਿਸ ਦੇ ਮੁਤਾਬਕ ਜੀਕੇ ਦੇ ਖਿਲਾਫ ਸਾਲ 2013 ਤੋਂ ਲੈ ਕੇ 2019 ਤੱਕ ਦੇ ਦਰਮਿਆਨ ਕਰੋੜਾਂ ਰੁਪਏ ਦਾ ਗਬਨ ਨੇ, ਜਿਹੜੇ 30 ਤੋਂ 50 ਲੱਖ ਤੋਂ ਮੋਟੀ ਰਕਮ ਹੈ। ਬਾਕੀ ਜਿਹੜੇ ਡਾਲਰ ਜਿਹੜੇ ਨੇ ਜਿਹਨਾਂ ਦਾ ਕੋਈ ਹਿਸਾਬ ਨਹੀਂ ਹੈ, ਜਿਹੜੇ ਫਰਜ਼ੀ ਬਿੱਲ ਬਣਾਏ ਗਏ ਉਹਨਾਂ ਦਾ ਕੋਈ ਹਿਸਾਬ ਨਹੀਂ ਹੈ। ਸੋ ਸਾਰੇ ਜਿਹੜੇ ਹਿਸਾਬ ਨੇ ਉਹ ਸਾਹਮਣੇ ਆਣੇ ਚਾਹੀਦੇ ਨੇ, ਕਿਉਂਕਿ ਜਿਹੜੇ ਲੋਕਾਂ ਨੇ ਆਪਣੀ ਨੇਕ ਕਮਾਈ ਚੋਂ ਜਿੱਥੇ ਉਹਨਾਂ ਨੇ ਦਾਨ ਪੁੰਨ ਕੀਤਾ ਹੈ, ਸੋ ਉਹਨਾਂ ਦਾ ਜਿਹੜਾ ਹੈ ਕਿ ਜਸਟਿਸ ਜਿਹੜਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜਿਹੜਾ ਵੀ ਦੋਸ਼ੀ ਹੈ, ਅਸੀਂ ਨਹੀਂ ਕਹਿੰਦੇ ਕਿ ਹਾਂ ਵੀ ਇਹੀ ਭਾਈ ਸਾਹਿਬ ਦੋਸ਼ੀ ਨੇ, ਜਿਹੜਾ ਵੀ ਦੋਸ਼ੀ ਹੈ ਦੋਸ਼ੀ ਸਾਹਮਣੇ ਆਣਾ ਚਾਹੀਦਾ ਤੇ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ, ਤਾਂ ਜੋ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਵੇ ਕਿ ਤਾਂ ਕਿ ਕੋਈ ਹੋਰ ਬੰਦਾ ਅਜਿਹਾ ਕੰਮ ਇਨ ਫਿਊਚਰ ਨਾ ਕਰੇ। ਸੋ ਖਹਿਰਾ ਸਾਹਿਬ ਹੁਣ ਅਸੀਂ ਗੱਲ ਕਰਦੇ ਹਾਂ ਬਿਹਾਰ ਦੀ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਇਲੈਕਸ਼ਨਸ ਹੋ ਚੁੱਕੇ ਨੇ। ਐਨਡੀਏ ਵੱਲੋਂ ਜਿਹੜਾ ਨਾਮ ਹੈ ਉਹ ਨਿਤਿਸ਼ ਕੁਮਾਰ ਜੀ ਦਾ ਚਲਾ ਗਿਆ ਸੀਗਾ, ਪਰ ਫਿਰ ਵੀ ਇੱਕ ਮੀਟਿੰਗ ਹੋਣੀ ਸੀਗੀ ਕੱਲ ਜੋ ਹੋਈ, ਜਿਸ ਵਿੱਚ ਸ਼ਾਇਦ ਡਿਸਾਈਡ ਕਰਨਾ ਸੀਗਾ ਕਿ ਹਾਂ ਵੀ ਉਪ ਮੁੱਖ ਮੰਤਰੀ ਕੌਣ ਹੋਵੇਗਾ। ਸੋ ਉਪ ਮੁੱਖ ਮੰਤਰੀ ਦੀ ਜਿਹੜੀ ਦੌੜ ਹੈ ਉਹਦੇ ਵਿੱਚ ਹੁਣ 2 ਨਾਮ ਆ ਗਏ ਨੇ, ਐਂਡ 2 ਲੋਕੀ ਹੀ ਜਿਹੜੇ ਅੱਜ ਸਹੁੰ ਚੁੱਕਣ ਜਾ ਰਹੇ ਨੇ, ਆਈ ਥਿੰਕ ਚੁੱਕ ਵੀ ਚੁੱਕੇ ਨੇ। ਸੋ ਕਹਿ ਸਕਦੇ ਹਾਂ ਕਿ ਹੁਣ ਬਿਹਾਰ ਦੇ ਵਿੱਚ 2 ਉਪ ਮੁੱਖ ਮੰਤਰੀ ਹੋਣਗੇ। ਬੇਸਿਕਲੀ ਇਹ ਵੀ ਕਿਹਾ ਜਾ ਰਿਹਾ ਕਿ ਹਾਂ ਵੀ ਜਿਹੜੇ ਬੁੱਧੀਜੀਵ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬੇਸਿਕਲੀ ਜਿਹੜੀ ਸਰਕਾਰ ਦੀ ਜਿਹੜੀ ਪਾਵਰ ਹੈ ਉਹ 2 ਧਿਰਾਂ ਵਿੱਚ ਵੰਡੀ ਜਾ ਰਹੀ ਹੈ, ਐਂਡ ਪਹਿਲਾਂ ਹੀ ਸਭ ਕੁਝ ਜਿਹੜੀ ਪਲੈਨਿੰਗ ਹੈ ਉਹ ਕੇਂਦਰ ਵੱਲੋਂ ਕੀਤੀ ਜਾ ਚੁੱਕੀ ਸੀ। ਮੋਹਿਤ ਜੀ ਦੇਖੋ, ਜਦੋਂ ਇੱਥੇ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀਗਾ ਤੇ ਬਾਦਲ ਸਾਹਿਬ ਹੁਣਾਂ ਨੇ, ਇਹ ਕਹਿ ਲਓ ਕਿ ਵੱਡੇ ਬਾਦਲ ਸਾਹਿਬ ਹੁਣਾਂ ਨੇ ਆਪਣਾ ਛੋਟਾ ਮੁੰਡਾ ਜਿਹੜਾ ਸੀਗਾ ਸੁਖਬੀਰ ਬਾਦਲ, ਉਹਨੂੰ ਡਿਪਟੀ ਸੀਐਮ ਲਾਈ ਰੱਖਿਆ। ਹੁਣ ਕਿਤੇ ਨਾ ਕਿਤੇ ਗੱਲ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਪਾਵਰ ਦੇਣੀ ਹੋਵੇ ਨਾ, ਫਿਰ ਤੁਸੀਂ ਉਹਨੂੰ ਡਿਪਟੀ ਸੀਐਮ ਵਾਲਾ ਤਾਂ ਐਡਵਾਂਸ ਦੇ ਦਿੰਦੇ ਹੋ। ਹੁਣ ਇੱਥੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਨਿਤਿਸ਼ ਕੁਮਾਰ ਦਾ ਜਿਹੜਾ ਹੈ ਉੱਥੇ ਬੀਜੇਪੀ ਦੇ ਨਾਲ ਅਲਾਈਅੰਸ ਹੈ ਜੀ, ਤੇ ਮੈਂ ਹਰ ਵਾਰੀ ਗੱਲ ਕਰਦਾ ਹਾਂ ਕਿ ਮੋਦੀ ਸਾਹਿਬ ਹੁਣੀ ਤੇ ਜਾਂ ਫਿਰ ਅਮਿਤ ਸ਼ਾਹ ਇਹ ਬਹੁਤ ਡਾਢੇ ਲੋਕ ਨੇ। ਇਹਨਾਂ ਨੂੰ ਪਤਾ ਹੈ ਕਿ ਸਾਡਾ ਸਿੰਘਾਸਨ ਜਿਹੜਾ ਹੈ ਉਹ ਕਿਤੇ ਖੁੱਸ ਨਾ ਜਾਵੇ, ਬਹੁਤ ਵਾਰ ਡਰ ਰਹਿੰਦਾ ਇਹਨਾਂ ਨੂੰ, ਔਰ ਫਿਰ ਇਦਾਂ ਦੇ ਪੈਤੜੇ ਵਰਤਦੇ ਨੇ ਕਿ ਬੰਦਾ ਹੈਰਾਨ ਰਹਿ ਜਾਂਦਾ। ਹੁਣ ਦੇਖੋ, ਆਪਾਂ ਇੱਕ ਡਿਪਟੀ ਸੀਐਮ ਦੀ ਗੱਲ ਤਾਂ ਹਮੇਸ਼ਾ ਕਰਦੇ ਹਾਂ, ਉੱਥੇ ਹੁਣ 2 ਡਿਪਟੀ ਸੀਐਮ ਆ ਜਿਨ੍ਹਾਂ ਦਾ ਆਪਾਂ ਕਹਿ ਲਓ ਕਿ ਤਾਰ ਕਿਸ਼ੋਰ ਨੇ, ਇੱਕ ਜਿਹੜੇ ਕਥਿਆਰ ਤੋਂ ਜਿਹੜੇ ਨੇ ਉਹ ਐਮਐਲਏ ਨੇ, 4 ਵਾਰ ਐਮਐਲਏ ਰਹਿ ਚੁੱਕੇ ਨੇ, ਤੇ ਦੂਸਰੀ ਉੱਥੇ ਬੀਬੀ ਆ ਜਿਹਦਾ ਨਾਂ ਹੈ ਰੇਨੂ ਦੇਵੀ, ਉਹ ਵੀ 4 ਵਾਰ ਐਮਐਲਏ ਰਹਿ ਚੁੱਕੀ ਆ। ਇੱਕ ਗੱਲ ਚੰਗੀ ਹੈ, ਚਲੋ ਇਹਨਾਂ ਨੂੰ ਐਕਸਪੀਰੀਅੰਸ ਹੈ ਰਾਜਨੀਤੀ ਦਾ, ਤੇ ਜਦੋਂ ਆਪਾਂ ਕਹਿ ਲਓ ਐਕਸਪੀਰੀਅੰਸ ਆ ਫਿਰ ਤੁਸੀਂ ਉਨੇ ਸ਼ਾਸਿਤ ਵੀ ਹੁੰਦੇ ਆ। ਇਹ ਗੱਲ ਸਿਰਫ ਤੇ ਸਿਰਫ ਪਾਵਰ ਦੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਪਾਵਰ ਸਾਡੇ ਹੱਥ ਰਵੇ, ਚਾਹੇ ਨਿਤਿਸ਼ ਜਿਹੜਾ ਹੈ ਉੱਥੇ ਸੀਐਮ ਬਣ ਜਾਵੇ। ਹੁਣ ਦੇਖੋ, ਜੇ ਆਪਾਂ ਗੱਲ ਕਰੀਏ ਕਿ ਜੇ ਇਹ ਕਿਤੇ ਫੈਸਲਾ ਆਪ ਮੁਹਾਰੇ ਹੁੰਦਾ, ਮੇਰੇ ਕਹਿਣ ਦਾ ਮਤਲਬ ਕਿ ਜੇ ਨਿਤਿਸ਼ ਲੈਂਦੇ ਤਾਂ ਨਿਤਿਸ਼ ਦੇ ਬਹੁਤ ਕਰੀਬੀ ਜਿਹੜੇ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਸੁਸ਼ੀਲ ਕੁਮਾਰ ਮੋਦੀ ਜਿਹੜੇ ਨੇ ਉਹ ਨਿਤਿਸ਼ ਦੇ ਬਹੁਤ ਕਰੀਬ ਨੇ, ਤੇ ਜੇ ਨਿਤਿਸ਼ ਨੇ ਚੁਣਿਆ ਹੁੰਦਾ ਤਾਂ ਮੈਨੂੰ ਲੱਗਦਾ ਕਿ ਸੁਸ਼ੀਲ ਕੁਮਾਰ ਮੋਦੀ ਜਿਹੜਾ ਆ ਸਭ ਤੋਂ ਪਹਿਲਾ ਨਾਮ ਹੁੰਦਾ। ਸੋ ਕਿਤੇ ਨਾ ਕਿਤੇ ਇਹ ਦੌੜ ਜਿਹੜੀ ਹੈ ਇਹ ਪਾਵਰ ਦੀ ਦੌੜ ਆ। ਬੀਜੇਪੀ ਕਹਿੰਦੀ ਆ ਕਿ ਨਿਤਿਸ਼ ਜਿਹੜਾ ਹੈ ਉਹ ਉੱਥੇ ਫੇਸ ਤਾਂ ਹੋਵੇ ਪਰ ਰਾਜ ਸਾਡਾ ਹੋਵੇ। ਸੋ ਜਿਹੜੀ ਗੱਲ ਕਰ ਰਹੇ ਹਾਂ ਅਸੀਂ ਪਾਵਰ ਦੀ ਦੌੜ ਦੀ, ਹੁਣ ਦੇਖਾਂਗੇ ਕਿ ਹਾਂ ਵੀ ਜਿਹੜੇ ਇਲੈਕਸ਼ਨਸ ਹੁਣ ਬੰਗਾਲ ਵਿੱਚ ਆਉਣ ਜਾ ਰਹੇ ਨੇ, ਸੋ ਉੱਥੇ ਕਿਹਦੀ ਪਾਵਰ ਚੱਲਦੀ ਹੈ ਐਂਡ ਕਿਹਦਾ ਸਿੱਕਾ ਜਿਹੜਾ ਹੈ ਉਹ ਚੱਲਦਾ। ਸੋ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਫਿਲਹਾਲ ਜਿਹੜਾ ਸਮਾਂ ਹੈ ਉਹ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਭਾਵੇਂ ਤੁਸੀਂ ਕਰਾਉਣੀ ਹੋਵੇ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਜਾਂ ਫਿਰ ਮੈਡੀਕੇਅਰ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਇੱਕੋ ਇੱਕ ਨਾਂ ਯਾਦ ਰੱਖੋ, ਇੰਦਰਜੀਤ ਸਿੰਘ ਮਾਨ। ਇਹਨਾਂ ਨੂੰ ਲੰਮੇ ਸਮੇਂ ਦਾ ਤਜਰਬਾ ਹੈ। ਸਹੀ ਸਲਾਹ ਲੈਣ ਲਈ ਇਹਨਾਂ ਦੇ ਨਾਲ ਸੰਪਰਕ ਕਰੋ, ਭੁੱਲਣਾ ਨਹੀਂ। ਓਬਾਮਾ ਕੇਅਰ ਪਲਾਨ ਅਕਤੂਬਰ ਵਿੱਚ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਇਸ ਲਈ ਇਹ ਇੰਸ਼ੋਰੈਂਸ ਅਗਲੇ ਸਾਲ ਲਈ ਜਲਦ ਤੋਂ ਜਲਦ ਰਿਨਿਊ ਕਰਾਓ। ਤੁਹਾਨੂੰ ਇਹਨਾਂ ਦੇ ਆਫਿਸ ਜਾਣ ਦੀ ਲੋੜ ਨਹੀਂ, ਘਰ ਬੈਠੇ ਹੀ ਫੋਨ ਤੇ ਸਰਵਿਸ ਲਓ। 916 900 2000 530 927 5777 916 900 2000 और 530 927 5777। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਤੇ ਹੁਣ ਖਹਿਰਾ ਸਾਹਿਬ ਫਿਰ ਅਮਰੀਕਾ ਚਲੀਏ। ਬਿਲਕੁਲ ਜਾਣਾ ਬਣਦਾ ਹੈ ਕਿਉਂਕਿ ਬਹੁਤ ਚਿਰ ਰਹਿ ਲਿਆ ਅਸੀਂ ਇੰਡੀਆ ਦੇ ਵਿੱਚ। ਸੋ ਅਮਰੀਕਾ ਚਲਦੇ ਹਾਂ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਉੱਥੋਂ ਦੇ ਜਿਹੜੇ ਨਵੇਂ ਉਪ ਰਾਸ਼ਟਰਪਤੀ ਚੁਣੇ ਗਏ ਨੇ, ਗੱਲ ਕਰ ਰਿਹਾ ਮੈਂ ਕਮਲਾ ਹੈਰਿਸ ਦੀ। ਸੋ ਉਹਨਾਂ ਦੇ ਹਸਬੈਂਡ ਜਿਹੜੇ ਨੇ ਯਾਨੀ ਕਿ ਡਗ ਐਮਹੋਫ, ਜੋ ਕਿ ਪੇਸ਼ੇ ਵੱਲੋਂ ਇੱਕ ਵਕੀਲ ਨੇ, ਉਹਨਾਂ ਨੇ ਆਪਣੀ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਆਪਣੀ ਪਤਨੀ ਨੂੰ ਫੁੱਲ ਟਾਈਮ ਸਪੋਰਟ ਕਰਨਾ ਚਾਹੀਦਾ ਨੇ। ਸੋ ਵਾਕਈ ਕਿੰਨੀ ਚੰਗੀ ਖਬਰ ਹੈ ਨਾ। ਬਿਲਕੁਲ ਮੋਹਿਤ ਜੀ, ਦੇਖੋ ਗੱਲ ਇੱਦਾਂ ਕਿ ਚੰਗਾ ਇਹ ਇੱਕ ਫੈਸਲਾ ਹੈ, ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ। ਦੂਸਰੀ ਗੱਲ ਇਹ ਕਿ ਇਹ ਉਹਨਾਂ ਨੇ ਇਹ ਜਿਹੜੇ ਕਿਆਸ ਸੀਗੇ ਜਾਂ ਇਹ ਕਹਿ ਲਓ ਸੀਗੇ ਕਿ ਇਹ ਪਤਾ ਲੱਗ ਗਿਆ ਸੀ ਕਿ ਉਹ ਜੌਬ ਛੱਡ ਦੇਣਗੇ ਉੱਥੇ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਕੈਂਪੇਨ ਦੇ ਵਿੱਚ ਵੀ ਛੁੱਟੀਆਂ ਲੈ ਕੇ ਬਹੁਤ ਸਪੋਰਟ ਕੀਤਾ ਕਮਲਾ ਹੈਰਿਸ ਨੂੰ। ਮੈਂ ਇਸ ਕਰਕੇ ਕਹਿ ਰਿਹਾ ਕਿ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਕਿਉਂਕਿ ਅਸੀਂ ਜਿਹੜਾ ਸਾਡਾ ਤਾਣਾ ਬਾਣਾ ਹੈ, ਸਾਡੇ ਮੁਲਕ ਦਾ ਤਾਣਾ ਬਾਣਾ ਹੈ, ਉਹ ਕਿਤੇ ਨਾ ਕਿਤੇ ਫਿਊਡਲ ਆ।
ਜੀ ਜੇ ਮੈਂ ਬਹੁਤਾ ਦੂਰ ਨਾ ਜਾਵਾਂ ਤੇ ਮੈਂ ਆਪਣੇ ਪਿੰਡਾਂ ਦੀ ਗੱਲ ਕਰਾਂ ਨਾ ਤੇ ਇੱਥੇ ਬਹੁਤੇ ਪਿੰਡਾਂ 'ਚ ਇਦਾਂ ਹੁੰਦਾ ਕਿ ਜੇ ਕਿਸੇ ਦੀ ਘਰ ਵਾਲੀ ਜਿਹੜੀ ਹੈ ਉਹ ਸਰਪੰਚ ਹੈ ਤਾਂ ਤੁਹਾਨੂੰ ਪਤਾ ਕਿ ਸਾਰੇ ਕਾਰ ਵਿਹਾਰ ਜਿਹੜੇ ਨੇ ਉਹਦਾ ਜਿਹੜਾ ਘਰ ਵਾਲਾ ਉਹ ਹੀ ਕਰਦਾ ਹੈ। ਪ੍ਰਧਾਨਗੀ ਇੱਕ ਨਾਂ ਦੀ ਆਪਾਂ ਕਹ ਲਓ ਕਿ ਉਹਨੂੰ ਰਬੜ ਸਟੈਂਪ ਵਾਂਗੂ ਅਸੀਂ ਯੂਜ਼ ਕਰ ਲਈਦਾ ਕਿ ਨਾਂ ਦਸਤਕ ਸਾਹਿਬ ਉਹਦੇ ਚੱਲਦੇ ਆ, ਪਰ ਅਸੀਂ ਸਰਪੰਚ ਜਿੱਥੇ ਲਿਜਾਣਾ ਕਰਾਉਣਾ ਆ ਅਸੀਂ ਤਕਰੀਬਨ ਉਹ ਲੈ ਕੇ ਜਾਂਦੇ ਆ। ਸੁਧਰਿਆ ਇਸ ਕੰਮ ਦੇ ਵਿੱਚ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਫਿਊਡਲ ਸਿਸਟਮ ਦੇ ਵਿੱਚ ਅੜੇ ਹੋਏ ਆ। ਸੋ ਇਹ ਅਮਰੀਕਾ ਵਰਗੇ ਮੁਲਕ ਤੋਂ ਇਹ ਤਵੱਕੋ ਕੀਤੀ ਜਾ ਸਕਦੀ ਹੈ। ਇਹ ਫੈਸਲਾ ਬਹੁਤ ਵੱਡਾ ਹੈ, ਨਿੱਜੀ ਤੌਰ ਤੇ ਵੀ ਤੁਸੀਂ ਆਪਣਾ ਜਿਹੜਾ ਕੰਮ ਭਾਰ ਤਿਆਗ ਕੇ ਜਿਹੜਾ ਹੈ ਨਾਲ ਮੋਢੇ ਤੇ ਮੋਢਾ ਜੋੜ ਕੇ ਚੱਲਣਾ। ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਉਹਨਾਂ ਨੇ ਹੁਣ ਫੈਸਲਾ ਲਿਆ। ਦੇਖੋ ਜਦੋਂ ਬੰਦਾ ਰਾਜਪੁਤ ਜਾਂਦਾ ਨਾ ਉਦੋਂ ਤੋਂ ਸਾਰੇ ਨਾਲ ਆ ਜਾਂਦੇ ਨੇ। ਉਹਨਾਂ ਨੇ ਛੁੱਟੀਆਂ ਲੈਣੀਆਂ ਉਦੋਂ ਤੋਂ ਸ਼ੁਰੂ ਕੀਤੀਆਂ ਹੋਈਆਂ ਸੀਗੀਆਂ ਜਦੋਂ ਕੈਂਪੇਨ ਚੱਲ ਰਹੀ ਸੀ, ਤੇ ਕੈਂਪੇਨ ਦੇ ਵਿੱਚ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਸਾਥ ਦਿੱਤਾ ਹੈ, ਕਿਉਂਕਿ ਇਹ ਬਹੁਤ ਚੰਗੀ ਗੱਲ ਹੈ। ਫਿਰ ਆਪਾਂ ਅਖੀਰ ਤੇ ਮੈਂ ਇਹ ਕਹਾਂਗਾ ਕਿ ਇਹ ਦਾ ਸਵਾਗਤ ਕਰਨਾ ਚਾਹੀਦਾ ਤੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਜੀ ਬਾਕੀ ਅਸੀਂ ਅਗਰ ਆਮ ਆਪਣੇ ਭਾਰਤ ਦੀ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਮੇਸ਼ਾ ਵੇਖਿਆ ਜਾਂਦਾ ਹੈ ਕਿ ਇੱਕ ਔਰਤ ਹਮੇਸ਼ਾ ਆਪਣੇ ਘਰ ਵਾਲੇ ਦੇ ਲਈ ਕੋਈ ਸੈਕਰੀਫਾਈਸ ਕਰਦੀ ਹੈ, ਆਪਣੀ ਨੌਕਰੀ ਛੱਡ ਦਿੰਦੀ ਹੈ, ਆਪਣਾ ਘਰ-ਬਾਰ ਛੱਡ ਕੇ ਆਉਂਦੀ ਪਹਿਲੀ ਗੱਲ ਤਾਂ। ਪਰ ਇੱਥੇ ਇੱਕ ਬੜੀ ਵਧੀਆ ਐਂਡ ਆਪੋਜ਼ਿਟ ਐਗਜ਼ਾਮਪਲ ਸੈੱਟ ਕੀਤੀ ਹੈ ਜਿਹੜੇ ਉਹਨਾਂ ਦੇ ਹਸਬੈਂਡ ਨੇ ਡਗ ਐਮਹੌਫ। ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਕਿਉਂਕਿ ਉਹਨਾਂ ਦੀ ਪਤਨੀ ਜੋ ਕਿ ਹੁਣ ਉਪ ਰਾਸ਼ਟਰਪਤੀ ਐਂਡ ਅਮਰੀਕਾ ਦੇ ਇਤਿਹਾਸ ਵਿੱਚ ਵੀ ਪਹਿਲੀ ਵਾਰ ਇੱਦਾਂ ਹੋਇਆ ਕਿ ਹਾਂ ਵੀ ਇੱਕ ਔਰਤ ਐਡੇ ਵੱਡੇ ਅਹੁਦੇ ਤੇ ਪਹੁੰਚੀ ਹੈ। ਇਹੀ ਕਾਰਨ ਹੈ ਕਿ ਉਹਨਾਂ ਦੇ ਹਸਬੈਂਡ ਨੂੰ ਹੁਣ ਸੈਕਿੰਡ ਜੈਂਟਲਮੈਨ ਕਿਹਾ ਜਾਂਦਾ ਹੈ ਐਂਡ ਉਹਨਾਂ ਨੇ ਵੀ ਬਿਲਕੁਲ ਬਾਕਾਇਦਾ ਜੈਂਟਲਮੈਨ ਵਾਲਾ ਕੰਮ ਕੀਤਾ। ਆਪਣੀ ਵਾਈਫ ਨੂੰ ਮੋਹਰੇ ਰੱਖ ਕੇ ਨਾ ਬਿਨਾਂ ਐਟੀਟਿਊਡ ਤੋਂ ਬਿਨਾਂ ਈਗੋ ਤੋਂ ਉਹਨਾਂ ਨੂੰ ਕਿਹਾ ਕਿ ਹਾਂ ਵੀ ਤੁਸੀਂ ਅਗਰ ਇਸ ਪੋਜੀਸ਼ਨ ਤੇ ਪਹੁੰਚੇ ਹੋ ਤੁਸੀਂ ਡਟ ਕੇ ਕੰਮ ਕਰੋ, ਮੇਰੀ ਪੂਰੀ ਸਪੋਰਟ ਤੁਹਾਡੇ ਨਾਲ ਹੈ। ਜੀ ਸੋ ਇਹ ਤੇ ਗੱਲ ਹੋ ਗਈ ਅਮਰੀਕਾ ਦੀ ਇੱਕ ਪਾਸੇ। ਹੁਣ ਦੂਸਰੀ ਦੁਬਾਰਾ ਫੇਰ ਅਸੀਂ ਗੱਲ ਕਰਦੇ ਹਾਂ ਟਰੰਪ ਸਾਹਿਬ ਦੀ, ਕਿਉਂਕਿ ਟਰੰਪ ਸਾਹਿਬ ਨੇ ਰੈਗੂਲਰ 2 ਦਿਨਾਂ ਵਿੱਚ ਕੋਈ ਅਜਿਹੇ ਜਿਹੜੇ ਟਵੀਟ ਕੀਤੇ ਨੇ ਜੋ ਕਿ ਸ਼ਾਇਦ ਪੂਰੀ ਦੁਨੀਆ ਨੂੰ ਥੋੜਾ ਹਿਲਾਇਆ ਨਹੀਂ, ਪਰ ਹਾਂ ਥੋੜਾ ਹੈਰਾਨ ਕਰ ਦਿੱਤਾ ਕਿ ਹਾਂ ਵੀ ਬੰਦਾ ਕਹਿਣਾ ਕੀ ਚਾਹੁੰਦਾ। ਗੱਲ ਕਰਦੇ ਹਾਂ ਕੱਲ ਦੀ, ਤਾਂ ਕੱਲ ਟਰੰਪ ਸਾਹਿਬ ਨੇ ਕਮੈਂਟ ਕੀਤਾ ਯਾਨੀ ਕਿ ਟਵੀਟ ਕੀਤਾ ਕਿ ਬਈ ਜੋ ਬਾਈਡਨ ਜਿੱਤ ਤਾਂ ਗਿਆ ਪਰ ਉਹਨੇ ਹੇਰਾਫੇਰੀ ਕੀਤੀ ਆ। ਸੋ ਪਹਿਲੀ ਗੱਲ ਤਾਂ ਟਰੰਪ ਨੇ 8-9 ਦਿਨਾਂ ਬਾਅਦ ਪਹਿਲੀ ਵਾਰ ਅਸੀਂ ਕਹਿ ਸਕਦੇ ਕਿ ਹਾਂ ਵੀ ਲੋਕਾਂ ਸਾਹਮਣੇ ਟਵੀਟ ਕੀਤਾ ਯਾਨੀ ਕਿ ਮੰਨਿਆ ਕਿ ਹਾਂ ਵੀ ਮੈਂ ਹਾਰ ਗਿਆ ਵਾਂ, ਪਰ ਨਾਲ ਫੇਰ ਉਹਨੇ ਉਹੀ ਦੋਸ਼ ਲਗਾ ਦਿੱਤੇ ਕਿ ਹਾਂ ਬਈ ਧੋਖਾਧੜੀ ਹੋਈ ਆ, ਮੈਂ ਉੱਦਾਂ ਨਹੀਂ ਹਾਰਿਆ। ਠੀਕ ਹੈ, ਪਰ ਅੱਜ ਕੀ ਟਵੀਟ ਕਰ ਰਹੇ ਨੇ? ਅੱਜ ਟਵੀਟ ਕਰ ਰਹੇ ਨੇ ਕਿ ਰਾਸ਼ਟਰਪਤੀ ਦੀ ਇਲੈਕਸ਼ਨਸ ਮੈਂ ਜਿੱਤ ਗਿਆ। ਸੋ ਥੱਲੇ ਲੋਕੀ ਕਾਫੀ ਕਮੈਂਟ ਕਰ ਰਹੇ ਨੇ, ਕੋਈ ਗਾਲਾਂ ਵੀ ਕੱਢ ਰਿਹਾ, ਕੋਈ ਚੰਗਾ ਵੀ ਕਹਿ ਰਿਹਾ, ਪਰ ਉਹ ਜਿਹੜੇ ਦੋਵੇਂ ਜਿਹੜੇ ਟਵੀਟ ਨੇ ਲੋਕਾਂ ਨੂੰ ਹੈਰਾਨ ਕਰ ਰਹੇ ਕਿ ਬੰਦਾ ਕਹਿਣਾ ਕੀ ਚਾਹੁੰਦਾ। ਇੱਕ ਦਿਨ ਕਹਿੰਦਾ ਕਿ ਮੈਂ ਹਾਰ ਗਿਆ, ਦੂਏ ਦਿਨ ਫੇਰ ਮੁੱਕਰ ਜਾਂਦਾ ਕਿ ਨਹੀਂ ਜੀ ਮੈਂ ਤਾਂ ਜਿੱਤ ਗਿਆ ਵਾ ਇਲੈਕਸ਼ਨਸ। ਮੈਂ ਮੋਹਿਤ ਜੀ ਇਸ ਗੱਲ ਦੇ ਨਾਲ ਨਾ ਮੈਨੂੰ ਇਹ ਕਈ ਵਾਰ ਲੱਗਦਾ ਹੁੰਦਾ ਕਿ ਉਹ ਬੰਦਾ ਆਪ ਹੀ ਨਹੀਂ ਕਲੀਅਰ ਕਿ ਉਹਨੇ ਕਰਨਾ ਕੀ ਆ। ਫਿਰ ਇਦਾਂ ਦੇ ਬੰਦੇ ਦੀ ਨਾ ਬਾਰ-ਬਾਰ ਡਿਸਕਸ਼ਨ ਕਰਨੀ ਵੀ ਚੰਗੀ ਗੱਲ ਨਹੀਂ ਹੈਗੀ। ਹੁਣ ਤੁਸੀਂ ਦੇਖੋ ਕਿ ਕੱਲ ਹੀ ਉਹਨਾਂ ਦਾ ਟਵੀਟ ਸੀਗਾ, ਕੱਲ ਸੀਗਾ ਕਿ ਚਲੋ ਜੋ ਬਾਈਡਨ ਜਿੱਤ ਗਿਆ ਤੇ ਮੈਂ ਸਮਝਦਾ ਕਿ ਉਹਨੇ ਧੋਖਾ ਕਰਕੇ ਜਿੱਤਿਆ। ਹੁਣ ਤੁਸੀਂ ਸਵੇਰੇ ਉੱਠ ਕੇ ਤੁਹਾਨੂੰ ਫਿਰ ਚੇਤਾ ਆਇਆ ਕੱਲ ਤਾਂ ਮੈਂ ਇਹ ਵਾਲੇ ਟਵੀਟ ਕਰਤਾ ਸੀ, ਮੈਨੂੰ ਹੁਣ ਇਹਨੂੰ ਜਸਟੀਫਾਈ ਕਰਨਾ ਪੈਣਾ। ਉਹ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਕੱਲ ਉਹਨਾਂ ਦਾ ਆਪਣੀ ਘਰਵਾਲੀ ਦੇ ਨਾਲ ਜਿਹੜਾ ਹੈ ਖੱਟਾ ਮਿੱਠਾ ਰਿਸ਼ਤਾ ਚੱਲਣ ਡਿਆ, ਤਾਂ ਕਿਤੇ ਨਾ ਕਿਤੇ ਉਹ ਮੈਨੂੰ ਲੱਗਦਾ ਗਮਗੀਨ ਹੋਏ ਪਏ ਨੇ। ਬਿਲਕੁਲ ਮੋਹਿਤ ਜੀ, ਮੈਂ ਕਿਤੇ ਨਾ ਕਿਤੇ ਇਹੀ ਗੱਲ ਕਹਿ ਰਿਹਾ ਹੁੰਦਾ ਕਿ ਦੇਖੋ ਹੁਣ ਰਾਤ ਨੂੰ ਕਮੈਂਟ ਕੁਝ ਹੋਰ ਆ ਰਹੇ ਨੇ, ਦਿਨੇ ਕੁਝ ਹੋਰ ਆ ਰਹੇ ਨੇ, ਤੇ ਸਾਨੂੰ ਫਿਰ ਸਮਝ ਲੈਣਾ ਚਾਹੀਦਾ ਕਿ ਕਿੱਦਾਂ ਦੇ ਹਾਲਾਤਾਂ 'ਚ ਕਮੈਂਟ ਆ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਆਪਾਂ ਨਿੱਜੀ ਜ਼ਿੰਦਗੀ ਕਹਿ ਲਈਏ ਉਹ ਵੀ ਚੰਗੀ ਨਹੀਂ ਚੱਲ ਰਹੀ। ਸੋ ਆਪਾਂ ਜੱਜ ਨਹੀਂ ਕਰ ਸਕਦੇ। ਸੋ ਦੂਸਰੇ ਬੰਨੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ 20 ਜਨਵਰੀ ਤੱਕ ਸ਼ਾਇਦ ਸਾਨੂੰ ਇੱਦਾਂ ਹੀ ਸਹਿਣਾ ਪੈਣਾ ਹੈ, ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਕਿ ਜੋ ਬਾਈਡਨ ਹੁਣਾਂ ਨੇ ਹੁਣ ਸਹੁੰ ਚੱਕ ਲਈ ਆ ਭਾਈ ਹੁਣ ਮੇਰੇ ਹੱਥੋਂ ਖੁੱਸ ਗਈ ਆ ਤੇ ਮੈਂ ਹੁਣ ਕੁਝ ਨਹੀਂ ਕਰ ਸਕਦਾ। ਸੋ ਇਹ ਗੱਲ ਮੈਂ ਹਮੇਸ਼ਾ ਕਹਿੰਦਾ ਆ ਕਿ ਜੋ ਬਾਈਡਨ ਜਿਹੜੇ ਨੇ ਉਹ ਇੱਕ ਸੁਲਝੇ ਹੋਏ ਇਨਸਾਨ ਨੇ। ਜਦੋਂ ਉਹ ਉਹਨਾਂ ਦਾ ਵਰਡਿਕ ਉਹਨਾਂ ਦੇ ਹੱਕ ਵਿੱਚ ਆ ਰਿਹਾ ਸੀਗਾ ਹਲੇ, ਉਹਨਾਂ ਨੇ ਇਹ ਕਿਹਾ ਕਿ ਮੈਂ ਤਵੱਕੋ ਕਰਦਾ ਆ ਕਿ ਅਸੀਂ ਅਮਰੀਕਾ ਦੇ ਹੱਕ ਲਈ ਇਕੱਠੇ ਕੰਮ ਕਰਾਂਗੇ। ਚਾਹੀਦਾ ਵੀ ਇਦਾਂ ਹੀ ਆ। ਇਹ ਗੱਲ ਹਰੇ ਅਮਰੀਕਾ ਲਈ ਮਸ਼ਹੂਰ ਸੀਗੀ ਕਿ ਦੇਖੋ ਐਡੇ ਵੱਡੇ ਮੁਲਕਾਂ ਦੇ ਜਿਹੜੇ ਵੀ ਜਿੰਨੇ ਵੀ ਪੁਰਾਣੇ ਸਾਬਕਾ ਪ੍ਰੈਜ਼ੀਡੈਂਟ ਹੋਏ ਨੇ ਉਹ ਪ੍ਰੈਜ਼ੈਂਟਲੀ ਦੇ ਲਈ ਬੋਲਦੇ, ਪਰ ਮੈਨੂੰ ਲੱਗਦਾ ਇਹ ਵੀ ਗੱਲ 'ਚ ਉਠਾ ਦਿੱਤੀ ਆ ਕਿ ਹੁਣ ਇਹਨੇ ਸਾਰੀ ਜਿਹੜੀ ਟੈਨਿਓਰ ਹੈ ਉਹ ਲੱਗਦਾ ਕਿ ਤੰਗ ਕਰਕੇ ਛੱਡੂਗਾ ਜੋ ਬਾਈਡਨ ਨੂੰ। ਸੋ ਜੋ ਜਿਹੜੇ ਮੌਜੂਦਾ ਜਿਹੜੇ ਹਾਲਾਤ ਨੇ ਅਮਰੀਕਾ ਦੇ, ਜੋ ਟਰੰਪ ਸਾਹਿਬ ਕਰ ਰਹੇ ਨੇ, ਉਸ ਨੂੰ ਪੂਰੀ ਦੁਨੀਆ ਜਿਹੜੀ ਹੈ ਉਸ ਨੂੰ ਵੇਖ ਰਹੀ ਹੈ ਕਿ ਹਾਂ ਵੀ ਅਮਰੀਕਾ 'ਚ ਚੱਲ ਕੀ ਰਿਹਾ। ਦੁਨੀਆ ਦੀ ਸੁਪਰੀਮ ਪਾਵਰ ਹੈ ਅਮਰੀਕਾ, ਠੀਕ ਹੈ। ਤਾਂ ਉੱਥੇ ਦੀ ਜਿਹੜੀ ਪੋਲਿਟਿਕਸ ਹੈ ਉਹ ਹਰ ਇੱਕ ਦਾ ਜਿਵੇਂ ਮੈਂ ਕਹਾਂ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਉਹਨਾਂ ਦਾ ਡਿਬੇਟ ਦਾ ਹਿੱਸਾ ਬਣਿਆ ਹੈ, ਡਿਸਕਸ਼ਨ ਦਾ ਹਿੱਸਾ ਬਣਿਆ ਕਿ ਹਾਂ ਵੀ ਅੱਜ ਟਰੰਪ ਨੇ ਕੀ ਕਮੈਂਟ ਕਰਤਾ ਤੇ ਟਰੰਪ ਨੇ ਕੱਲ ਨੂੰ ਕੀ ਕਮੈਂਟ ਕਰਤਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਅਖਬਾਰਨਾਮਾ ਤੁਹਾਨੂੰ ਬਹੁਤ ਚੰਗਾ ਲੱਗਾ ਹੋਵੇਗਾ। ਹੋਰ ਵੀ ਪ੍ਰੋਗਰਾਮਸ ਦੇ ਨਾਲ, ਹੋਰ ਵੀ ਜਿਹੜੇ ਟੌਪਿਕਸ ਦੇ ਨਾਲ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ। ਤੁਸੀਂ ਵੇਖਦੇ ਰਹੋ ਪੰਜਾਬ ਮਿਲ USA TV। ਧੰਨਵਾਦ।